ਸਾਡੀ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਲਾਲ ਰੰਗ ਦਾ ਬਟਨ ਦਬਾ ਕੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਬੈਲ ਦਾ ਬਟਨ। ਉਦੋਂ ਨਹੀਂ ਕੋਈ ਗੱਲ ਕਰਦਾ, ਉਹ ਗੱਲ ਨਹੀਂ ਕੀਤੀ। ਹੁਣ ਤੇ ਉਹਦੇ ਸਰਕਾਰੀ ਹਿੱਟ ਲੱਗ ਚੁੱਕੀ, ਉਹ ਤੇ ਬਹੁਤ ਮੁਸ਼ਕਿਲ ਨਾਲ ਚੁੱਕਣਾ। ਨਹੀਂ, ਹੁਣ ਵੀ ਸਾਰਾ ਕੁਝ ਹੋ ਸਕਦਾ, ਪਰ ਸਰਕਾਰ ਲੱਗੀ ਕੌਣ ਉਦੋਂ ਨਹੀਂ ਮੁੱਦਾ ਫੜਨਾ ਬਾਅਦ ਚ ਉਦੋਂ ਤੱਕੇ ਤੱਕੇ ਘਾ ਫੜ ਵੀ ਪਤਾ ਸਹੀ ਹੈ। ਜਦੋਂ ਬੰਦਾ ਮਰਦਾ ਨਾ ਤੇ ਕਬਰਾਂ 'ਚ ਜਦੋਂ ਜਾਂਦੇ ਸਾਰੇ ਬੰਦੇ ਕੋਈ ਰੰਗ ਆਹ ਗੱਲ ਕਰਦਾ ਕੋਈ ਆਹ ਕਰਦਾ, ਤੇ ਜਦੋਂ ਅੰਦਰੋਂ ਬਾਹਰ ਆ ਜਾਂਦੇ ਆ ਨਾਲ ਹੀ ਖਤਮ ਬਣ ਗਿਆ। सॉरी लेट है थोड़े ठीक हो सारे। हाँ जी सत श्री अकाल भाई, थैंक यू जी, थैंक यू आयो सर भाई ठीक है भाई। चेयरमैन साहब हाँ जी महाराज, एमएलए साहब अंदर रखना ही सर नहीं अभी ਤੁਹਾਡਾ ਕਰਕੇ ਬਾਰੇ ਕਿ ਤੁਹਾਨੂੰ ਲੈ ਕੇ ਜਾਵਾਂਗੇ ਅੰਦਰ। ये साउंड सूंड दे दस 2 मिनट रुमाल दो ਮਾਲ ਦਿਓ ਕਾਕਾ ਲੱਗਾ ਤੰਦਾ ਮੁੰਡਾ ਗਿਆ ਕਰ। ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੂੰ ਸਾਰਿਆਂ ਨੂੰ ਭਲੀਭਾਂਤ ਪਤਾ ਹੈ ਕਿ ਆਪਾਂ ਇੱਥੇ ਕਿਸ ਮਕਸਦ ਲਈ ਔਰ ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਉਹਦੇ ਬਾਰੇ ਵਿਚਾਰ ਕਰਨਾ। ਜਿਹੜੇ ਕਿ ਅੱਜ ਆਪਣੇ ਨੇਤਾ ਜੀ ਆਪਣੇ ਵਿੱਚ ਮੌਜੂਦ ਨਹੀਂ ਹੈ, ਸਰਦਾਰ ਸੁਖਪਾਲ ਸਿੰਘ ਖਹਿਰਾ ਜੀ, ਜਿਨ੍ਹਾਂ ਨੇ ਇੱਥੋਂ ਆਪਣੀ ਕੰਸਟੀਚੁਐਂਸੀ ਚੋਂ ਇਲੈਕਸ਼ਨ ਲੜਨੀ ਹੈ ਤੇ ਉਹਨਾਂ ਨੇ ਜੇਲ੍ਹ ਵਿੱਚ ਹੁੰਦੇ ਹੋਏ ਵੀ ਆਪਣੇ ਸਪੁੱਤਰ ਨੂੰ ਸਾਡੇ ਵਿੱਚ ਭੇਜਿਆ ਜੋ ਕਿ ਆਪਣੇ ਵਿੱਚ ਵਿਰਾਜਮਾਨ ਹਨ। ਠੀਕ ਹੈ ਜੀ, ਤੇ ਆਪਣੇ ਇਹ ਸਾਰੀ ਕਾਰਵਾਈ ਜਿਹੜੀ ਹੈ ਇੱਥੇ ਦੀ ਆਪਣੇ ਮਹੱਲੇ ਦੀ 10 ਵਾਰ ਦੀ ਉਹ ਆਪਣੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਵਿੱਚ ਹੋ ਰਹੀ ਹੈ ਤੇ ਇੱਥੇ ਇਸ ਇਕੱਠ ਦੇ ਵਿੱਚ ਅੱਜ ਸੁਖਪਾਲ ਸਿੰਘ ਖਹਿਰਾ ਜੀ ਨੇ ਆਪਣੇ ਇਸ 10 ਵਾਰ ਦੇ ਨੌਜਵਾਨ ਬੱਚਿਆਂ ਨੂੰ ਜਿਮ ਦੀ ਮਸ਼ੀਨ ਦਿੱਤੀ ਹੈ ਕਿ ਸਾਡੇ ਬੱਚੇ ਜਿਹੜੇ ਨਾ ਆਪਣੇ ਜਿਮ ਦੇ ਵਿੱਚ ਆ ਕੇ ਆਪਣੀ ਪ੍ਰੈਕਟਿਸ ਕਰਨ ਤੇ ਦੂਸਰੀਆਂ ਗੈਰ ਚੀਜ਼ਾਂ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਆਪਣੇ ਵਿੱਚ ਸਮਾਉਣ। ਤੇ ਇਸ ਕਰਕੇ ਆਪਾਂ ਆਉਣ ਵਾਲੇ ਸਮੇਂ ਦਾ ਵੀ ਵਿਚਾਰ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਸ ਤਰੀਕੇ ਦੇ ਨਾਲ ਐਤਕੀ ਹੋਣੀਆਂ ਬਹੁਤ ਅਹਿਮ ਇਲੈਕਸ਼ਨ ਅਹਿਮ ਇਸ ਕਰਕੇ ਬਣ ਗਈ ਕਿ ਸਰਕਾਰ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੂੰ ਅੱਜ ਤੱਕ ਜੋ ਮੇਰੀ ਹੋਸ਼ ਹੈ ਕਿਸੇ ਵੀ ਮੰਤਰੀ ਦੇ ਈਡੀ ਦਾ ਰੇਟ ਨਹੀਂ ਹੋਇਆ ਜੋ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੇ ਈਡੀ ਦਾ ਰੇਟ ਹੋਇਆ। ਇਸ ਕਰਕੇ ਆਪਾਂ ਉਹਨਾਂ ਦੀ ਇਸ ਕੁਰਬਾਨੀ ਨੂੰ ਆਪਣੇ ਵਿੱਚ ਦਿਮਾਗ ਵਿੱਚ ਸੋਚ ਰੱਖਦੇ ਹੋਏ ਪੂਰੀ ਜ਼ੋਰ ਲਾ ਕੇ ਆਪਾਂ ਨੂੰ ਇਲੈਕਸ਼ਨ ਉਹਨਾਂ ਨੂੰ ਜਿਤਾਉਣੀ ਆ ਤਾਂ ਕਿ ਉਹਨਾਂ ਨੂੰ ਵਿਸ਼ਵਾਸ ਹੋਵੇ ਕਿ ਜੇ ਮੈਂ ਇਹ ਕਿਸੇ ਸਚਾਈ ਵਾਸਤੇ ਆਪਣੀ ਕੁਰਬਾਨੀ ਦੇ ਕੇ ਜੇਲ੍ਹ ਵਿੱਚ ਆਇਆ ਤੇ ਇਹਨਾਂ ਜਨਤਾ ਨੇ ਮੇਰਾ ਮੁੱਲ ਪਾਇਆ। ਇਸ ਕਰਕੇ 10 ਵਾਰ ਵੱਲੋਂ ਆਪਾਂ MC ਕਮਲ ਸੁਖ ਜੀ ਦੀ ਰਹਿਤ ਖਹਿਰਾ ਜੀ ਦੇ ਬੇਟੇ ਨੂੰ ਯਕੀਨ ਦਿਵਾਉਂਦੇ ਆ ਕਿ 10 ਵਾਰ ਜਿਹੜੀ ਹੈ 101% ਤੇ ਨਹੀਂ ਕਹਿ ਸਕਦੇ ਪਰ ਅਸੀਂ 90% ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੇ ਮਨ ਨੂੰ ਵੋਟ ਪਾਵਾਂਗੇ। ਲੋ ਹੁਣ ਸਾਡੇ ਆਪਣੇ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੇ ਸੂਤਰ ਜਿਹੜੇ ਆ ਤੁਹਾਡੇ ਨਾਲ ਰੂਬਰੂ ਹੋਣਗੇ। सरदार सुखपाल सिंह भावें आप जेल च ने पर वो तुहाडा कितना फिक्र करते हैं। मैंने उन्होंने स्पैशल फोन आया 10 नंबर वार्ड जिम मशीन दी या नहीं। वेखो उत्थे बैठे भी कल्ले कली चीज कल्ले कली इंसान की फिक्र है, वो किन्हां वास्ते कुर्बानी कर रहे हैं साडी जी। वो लड़ाई लड़ रहे हैं मजदूरों की किसानों की ते जिहड़े काले कानून के खिलाफ उन्हां करके ही अज एक ओही पंजाब च एक इदां दे लीडर ने सरदार सुखपाल सिंह खਹਿਰਾ जिन्हां पंजाब विच मजदूर की आवाज़ उठाई, किसानों की आवाज़ उठाई। ये काले पंजाब इन्ने लीडर ने
बीजेपी इन्ने बड़े बड़े लीडर वीर बैठे ने, अकाली दल इन्ने बड़े सप बैठे ने, किसी दे कोई कार्रवाई नहीं। और ते कार्रवाई तां ही वो साडी लड़ाई लड़दे। असीं बड़े खुशकिस्मत हाँ कि साडे हलके नूं सरदार सुखपाल सिंह खैर वर्गा लीडर मिलिया। सानू बड़ी माण करना चाहिए उन्हां ते। वो अगे ना होर भी उच्चे हो के आएंगे। सारे पंजाब में सरदार सुखपाल सिंह खैरा करके जाने जाता है। सरदार सुखपाल सिंह खैरा के नाम लेने की लोड़ है, लोग अपने आप पहचान जाते भी भुलक्ख हल्के दे। इस करके वीरो साडे वल वेखो, उन्होंने 6 महीने हुए ने कांग्रेस पार्टी च आए। पहला तो पत्थर कांग्रेसी रहे हैं। सब तो वड्डी कुर्बानी देखो इस खानदान ने 50 दूजे पासे कोई 10 साल में बदल गया कैंडिडेट, कोई 50 साल में बदल गया। 50 साल तो लगातार तीजी बड़ी शुरू हो गई है। पहला साडे बजुर्ग सरदार सुखजिंदर सिंह नाल सरदार सुखपाल सिंह खैरा नाल असीं लड़ाई लड़ रहे हैं। कल कतार का अपना बेटा भी लड़ाई लड़ेगा। सब तो पहला तो जी आओ आप फतेह बुलाइए। वाहिगुरू जी का खालसा, वाहिगुरू जी की फतेह। रछपाल अंकल ने अज मोटे मोटे तौर पर हर एक गल कही जो मैं या तुसीं सब कुछ तुहानूं पहले तो पता। 2-3 गल्लां मैं अज करनियां चाहता। एक गल सरदार सुखपाल सिंह खैरा बारे। मेरे फादर तुसीं सारे उन्हां नूं जानदे हो, कई सालों तो पहचानते हो, प्यार करते हो, आदर मान सत्कार दिंदे हो। अज किसी ने शरारत करके या अपना जुल्म करके एक सच्चे इंसान को जेल के अंदर बंद किया। सरदार सुखपाल सिंह खैरा ने कभी कोई क्रिमिनल नहीं है। असीं कदे किसी का पैसा नहीं खाता, किसी का हक नहीं मारिया। असीं सगों लोगों की लड़ाई या लोगों की आवाज़ उठाई। अज दुनिया जिद्दां तुसीं कहने आपां अक्सर भरा बैठे होने तो यार कलयुग चल रहा। चंगा इंसान एक पासे जब किसी की मदद करता है, किसी के हकों लिए बोलता है या पंजाबियत लिए बोलता है, पंजाबियों लिए बोलता है, तो वह नतीजा इस सिस्टम में, इस दुनिया में यह फल मिलता है या इसका यह नतीजा मिलता है कि तो उन्होंने जेलों में बंद किया जाता। ये जो वितकरा अपना अज नहीं हो रहा। 50 साल नहीं, 500 साल तक या उस तो ज़्यादा पंजाबियों नाल धक्का किया। जब भी तुसीं अपनी आवाज़ उठाओगे, अपने हक ते हकूक की गल करोगे, तुहाडा कोशिश की जाऊगी सरकारां, वड्डियां सरकारां वालों कि इस बंदे को बिठाया जाए। आपां सारे सोचते होवांगे यार सुखपाल सिंह खैरा ने ऐसा की किया कि जो बीजेपी नूं या मोदी नूं लोड़ पै गई कि इहनूं जेल च बंद करिए। मैं 3-4 तरीका दसूंगा तुहानूं, तुसीं आप अपना दिमाग लगा के सोचना कि इहदे विच कोई शरारत है, किसी का कोई मनसूबा सी सानूं फसाना। पहली तरीक जो पिछले 1.5 साल तो आपां किसान मोर्चे नूं फॉलो किया। आपां देखिया कि किसानां ने इंसानियत दे नाते दिल्ली के बॉर्डरां विच बह के ठंड विच, धुप विच, गर्मी विच, मींह विच, दिन नूं रात नूं 1 साल पूरा बह के उत्थे एक किसानी की लड़ाई लड़ी। हुणे कुछ दिन पहले शायद 19 तरीक नूं बड़ी वड्डी खुशखबरी आई कि जी नरेंद्र मोदी अपना जो 3 काले कानून ने वापस लो। मेरे अनुसार बड़ी वड्डी एक ऐसा मुकाम आपां पाया आपां पंजाबियां ने, किसानां ने। अगे पिछले कदी पढ़ के देखियो, नजर मारियो, पिछले 40, 50, 100 सालों में वड्डियां सरकारां ने ऐसे कई कानून बनाए ने, लेकिन बहुत ही घट किते 1 या 2 बार होया कि एक पंजाब पद्धर या दुनिया पद्धर ते मुहिम चली कि कानून जिहड़े ने रद्द किए जाने चाहिए। सलूट है मेरा उन्हां किसानां नूं या उन्हां लोकां नूं जिन्हां ने अपने किसान जिहड़ा अपना मोर्चा उहनूं उहदे अंदर अपना भागीदारी दित्ती उहनूं। लेकिन आपां ये ना सोचिए कि अज जित बहुत वड्डी हो गई है अपनी। ये लड़ाई लड़ते हुए अपने किसानां वीरां विचों, बीबियां भैणां विचों 700 तो वध लोकां दी जान गई। अपनी ये जित का आपां कदी जश्न नहीं मना पाओगे। इदां ही मेरे फादर ने इस मोर्चे विच अपना यतन किया। 26 तरीक 2021, मैं 2-3 तरीकां दूंगा तुहानूं, तरीकां याद। 26 जनवरी 2021 नूं
ਕਿਸਾਨ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਜਾਂਦੀ ਹੈ ਕਿ ਆਓ ਆਪਾਂ ਦਿੱਲੀ ਜਾ ਕੇ ਪਾਰਲੀਮੈਂਟ ਘੇਰੀਏ। ਉਸ ਪਾਰਲੀਮੈਂਟ ਘੇਰਾਓ ਦੇ ਅੰਦਰ ਪੰਜਾਬ ਦਾ ਇੱਕ ਨੌਜਵਾਨ ਨਵਰੀਤ ਸਿੰਘ ਡਿਪਟਵਾ, ਮੇਰੇ ਨਾਲ ਦਾ ਆਪਾਂ ਸਾਰੇ ਪਿੱਛੇ ਨੌਜਵਾਨ ਤੁਸੀਂ ਖੜੇ ਹੋ, ਉਹਦੇ ਮੂੰਹ ਤੇ ਦਿਨ ਦਿਹਾੜੇ ਦਿੱਲੀ ਪੁਲਿਸ ਗੋਲੀ ਮਾਰ ਕੇ ਉਹਦਾ ਮਰਡਰ ਕਰ ਦਿੰਦੀ, ਕਤਲ ਕਰਦੀ ਹੈ, ਹੱਤਿਆ ਕਹੂੰਗਾ ਮੈਂ ਉਹਨੂੰ। ਉਹਦੀ ਮੌਤ ਆਪਣੇ ਆਪ ਨਹੀਂ ਹੋਈ, ਉਹਨੂੰ ਮਾਰਿਆ ਗਿਆ। ਜਦ ਪੰਜਾਬ ਦੇ ਨੌਜਵਾਨਾਂ ਨਾਲ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕੀਤੀ ਜਾ ਰਹੀ, ਸੁਖਪਾਲ ਸਿੰਘ ਖਹਿਰਾ ਨੇ ਉਹ ਮੁੱਦਾ ਉਠਾਇਆ। ਇੱਥੇ ਤੱਕ ਕਿ ਅਸੀਂ ਦਿੱਲੀ ਦੀ ਹਾਈ ਕੋਰਟ ਵਿੱਚ ਜਾ ਕੇ ਆਪਣਾ ਵਕੀਲ ਖੜਾ ਕੀਤਾ, ਦਲੀਲ ਪੇਸ਼ ਕੀਤੀ ਕਿ ਜਿਹੜਾ ਇਹ ਹੱਤਿਆ ਹੈ ਇਹ ਗੈਰ ਕਾਨੂੰਨੀ ਹੈ, ਇਹਦੇ ਉੱਤੇ ਜੁਡੀਸ਼ੀਅਲ ਇਨਕੁਆਇਰੀ ਜਾਂਚ ਹੋਣੀ ਚਾਹੀਦੀ ਹੈ। 26 ਜਨਵਰੀ 2021 ਇਹ ਦਿਨ ਯਾਦ ਰੱਖਣਾ। ਉਹ ਸ਼ਾਇਦ ਉਹ ਪਰਿਵਾਰ ਕਦੇ ਨਹੀਂ ਭੁੱਲ ਸਕਦਾ ਜਿਹਨਾਂ ਦਾ ਨੌਜਵਾਨ ਮੁੰਡਾ ਅੱਜ ਉਹਨਾਂ ਦੇ ਨਾਲ ਨਹੀਂ ਹੈ। 9 ਮਾਰਚ 2021 ਨੂੰ ਸੈਂਟਰਲ ਕੇਂਦਰੀ ਏਜੰਸੀ ਸਾਡੇ ਘਰ ਛਾਪਾ ਮਾਰਨ ਆ ਜਾਂਦੀ ਹੈ, 1 ਮਹੀਨੇ ਦੇ ਵਿੱਚ। ਸੋ ਸਮਝੋ ਗੱਲ ਨੂੰ, ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਇੱਕ ਪਾਸੇ ਮੋਦੀ ਨੂੰ ਨੰਗਾ ਕਰੋ, ਉਹਦੇ ਖਿਲਾਫ ਡਟ ਕੇ ਆਵਾਜ਼ ਕਰੋ, ਕੋਟਾ ਕਚਹਿਰੀਆਂ ਵਿੱਚ ਲੜਾਈ ਲੜੋ, ਆਪਣੇ ਮਰੇ ਹੋਏ ਸਿੱਖ ਨੌਜਵਾਨ ਭਾਈ ਸ਼ਹੀਦ ਨਵਰੀਤ ਸਿੰਘ ਡਿਪਟਵਾ ਦੀ ਆਵਾਜ਼ ਬੁਲੰਦ ਕਰਦੇ ਹੋਏ ਅਗਲੇ ਮਹੀਨੇ ਤੁਸੀਂ ਸਾਡੇ ਘਰ ਛਾਪੇ ਮਾਰ ਦਿੰਦੇ। ਉਸ ਛਾਪਾਮਾਰੀ ਤੋਂ ਬਾਅਦ ਸਾਡੇ ਘਰੋਂ ਕੁਝ ਬਰਾਮਦਗੀ ਨਹੀਂ ਹੁੰਦੀ। ਜੇ ਕੁਝ ਗਲਤ ਹੁੰਦਾ ਜਾਂ ਕੁਝ ਗੈਰ ਕਾਨੂੰਨੀ ਢੰਗ ਨਾਲ ਅਸੀਂ ਕੁਝ ਰੱਖਿਆ ਹੁੰਦਾ, ਅੱਜ ਤੁਹਾਡੇ ਸਾਰਿਆਂ ਦੇ ਵਿੱਚ ਇਹ ਗੱਲ ਫੈਲ ਜਾਣੀ ਸੀ। ਲੇਕਿਨ ਸੱਚ ਰਹੂਗਾ। ਜੇ ਸਾਨੂੰ, ਮੈਂ ਤਾਂ ਕਹਿੰਦਾ ਕਿ ਇਹ ਸ਼ਰਾਰਤ ਹੈ, ਸਾਡੇ ਖਿਲਾਫ ਕੋਈ ਕਾਰਵਾਈ ਕਰਨੀ ਸੀ ਤੇ ਉਹ 9 ਮਾਰਚ 2021 ਨੂੰ ਹੋਣੀ ਚਾਹੀਦੀ ਸੀ। ਸਾਡੇ ਘਰੋਂ ਕੁਝ ਮਿਲਿਆ ਨਹੀਂ ਇਹਨਾਂ ਨੂੰ, ਸਾਨੂੰ ਦਿੱਲੀ ਸਬਕ ਤਲਬ ਕਰਨ ਲੱਗੇ। ਮੇਰੇ ਫਾਦਰ ਨੂੰ ਮੈਂ ਆਪ ਲੈ ਕੇ ਜਾ ਕੇ ਦਿੱਲੀ ਜਾਂਦਾ ਰਿਹਾ, ਪੁੱਛ ਗਿੱਛ ਵਿੱਚ ਅਸੀਂ ਪੂਰਾ ਉਹਨਾਂ ਦਾ ਸਾਥ ਦਿੱਤਾ। ਲੇਕਿਨ ਕਿਉਂਕਿ ਹੁਣ ਇਲੈਕਸ਼ਨਾਂ ਆ ਗਈਆਂ ਨੇ, 30ਵੀਂ ਤਾਰੀਖ ਨੂੰ ਤੁਹਾਨੂੰ ਯਾਦ ਕਰਾਉਣ ਲੱਗਿਆ, 10 ਨਵੰਬਰ 2021 ਨੂੰ ਸਮਨ ਕੀਤਾ ਜਾਂਦਾ ਹੈ। ਮੈਂ ਲੈ ਕੇ ਗਿਆ ਮੇਰੇ ਫਾਦਰ ਨੂੰ, ਅਗਲੇ ਦਿਨ ਸਾਨੂੰ ਸਮਨ ਨਹੀਂ ਕੀਤਾ ਜਾਂਦਾ, ਸਾਨੂੰ ਬੁਲਾਇਆ ਨਹੀਂ ਜਾਂਦਾ। ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਯਾਰ ਪ੍ਰਤਾਪ, ਇਹ ਚੰਡੀਗੜ੍ਹ ਆਏ ਨੇ, ਇਹਨਾਂ ਤੋਂ ਕੰਮ ਪੂਰਾ ਨਹੀਂ ਹੋਇਆ, ਮੈਂ ਇੱਕ ਦਿਨ ਹੋਰ ਜਾਣਾ। ਅਸੀਂ ਆਪਣੀ ਮਰਜ਼ੀ ਨਾਲ, ਮੈਂ ਉਹਨਾਂ ਨੂੰ ਉੱਥੇ 18 ਸੈਕਟਰ ਚੰਡੀਗੜ੍ਹ ਲੈ ਕੇ ਗਿਆ ਤੇ ਉਹਨਾਂ ਨੇ ਸ਼ਰਾਰਤ ਕਰਕੇ 3-3:30 ਵਜੇ ਸਾਨੂੰ ਗ੍ਰਿਫਤਾਰ ਕਰ ਲਿਆ। ਮੇਰਾ ਕਹਿਣ ਤੋਂ ਭਾਵ ਤੁਹਾਨੂੰ ਸਾਰਿਆਂ ਨੂੰ ਇਹ ਸਮਝਾਣਾ ਕਿ ਇਸ ਗ੍ਰਿਫਤਾਰੀ ਵਿੱਚ ਸ਼ਰਾਰਤ ਹੈ, ਮਨਸੂਬਾ ਹੈ, ਟੀਚਾ ਕਿਸੇ ਸਰਕਾਰ ਦਾ ਹੈ, ਕਿਸੇ ਚੋਰ ਦਾ ਹੈ। ਉਹ ਨਹੀਂ, ਮੈਂ ਕਿਸੇ ਦੀ ਨਿੰਦਾ ਨਹੀਂ ਕਰਦਾ। ਅੱਜ ਆਪਾਂ ਗੁਰੂ ਘਰ 'ਚ ਬੈਠੇ ਹਾਂ, ਮੇਰੇ ਕੋਲ ਸਮਾਂ ਨਹੀਂ ਕਿਸੇ ਦੀ ਨਿੰਦਾ ਕਰਨ ਦਾ। ਇੱਥੇ ਜੇ ਮੈਂ ਥੋੜਾ ਉੱਚੀ ਬੋਲਾਂਗਾ, ਇੱਥੇ ਆਪਣੇ ਡੇਰੇ ਤੱਕ ਮੇਰੀ ਆਵਾਜ਼ ਜਾ ਸਕਦੀ ਹੈ। ਮੈਂ ਕਿਸੇ ਦੀ ਨਿੰਦਾ ਨਹੀਂ ਕਰਦੀ। ਇੰਨੀਆਂ ਨੇ ਕਿ ਮੈਨੂੰ ਕਿਸੇ ਨੂੰ ਭੰਡਣ ਦੀ ਲੋੜ ਨਹੀਂ। ਤੁਸੀਂ ਸਾਰੇ ਜੇ ਇੱਥੇ ਬੈਠੇ ਹੋ, ਤੁਸੀਂ ਸੱਚ ਜਾਣਦੇ ਹੋ। ਆਪਣੇ ਦੇਸ਼ ਵਿੱਚ ਸੱਚ ਬੋਲਣ ਦਾ ਨਤੀਜਾ ਮਿਲਿਆ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ। ਕੱਲ ਨੂੰ ਅੱਜ ਮੇਰੇ ਘਰ ਆਏ, ਅੱਜ ਮੇਰੇ ਘਰ ਵਿੱਚ ਸੰਕਟ ਹੈ। ਸਰਦਾਰ ਸੁਖਪਾਲ ਸਿੰਘ ਖਹਿਰਾ ਜਿੱਥੇ ਆਪਣੇ ਨਾਲ ਹੋਣੇ ਸੀ, ਅੱਜ ਉਹ ਨਹੀਂ ਹੈ। ਇਹ ਜਿਹੜੀ ਲੜਾਈ ਹੈ ਅੱਜ ਮੇਰੇ ਘਰ ਆਈ ਹੈ ਔਰ ਮੈਂ ਬੇਖੌਫ ਹੈ, ਮੈਂ ਘਬਰਾਇਆ ਨਹੀਂ ਹੋਇਆ। ਐਸੀ ਕੋਈ ਲੜਾਈ ਨਹੀਂ ਹੈ ਜੋ ਆਪਾਂ ਸਾਰੇ ਇਸ ਪਰਿਵਾਰ ਤੋਂ ਮੇਰੇ ਖਿਲਾਫ ਕੋਈ ਲੜ ਸਕੇ। ਤੁਹਾਡੇ ਸਾਥ ਨਾਲ ਤੁਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦਿਓ। ਅੱਜ ਆਪਾਂ ਪਰਿਵਾਰ ਇਕੱਠੇ ਹੋਏ ਹਾਂ। ਮੇਰੀਆਂ ਇਹ ਗੱਲਾਂ ਤੁਸੀਂ ਆਪਣੇ ਗਲੀਆਂ 'ਚ ਲੈ ਕੇ ਜਾਣੀਆਂ, ਆਪਣੇ ਪਰਿਵਾਰ ਦੋਸਤਾਂ ਨੂੰ ਦੱਸਦੀਆਂ ਕਿ ਯਾਰ ਸੁਖਪਾਲ ਸਿੰਘ ਖਹਿਰਾ ਸੱਚਾ ਇਨਸਾਨ ਹੈ। ਸੱਚ ਬੋਲਣ ਦੇ ਨਾਤੇ ਅੱਜ ਇੱਕ ਸਿਸਟਮ ਨੇ ਉਹਨੂੰ ਘੇਰ ਲਿਆ। ਤੁਸੀਂ ਇੱਕ ਇਨਸਾਨ ਨੂੰ ਬੰਦ ਕਰ ਸਕਦੇ ਹੋ, ਉਹਨੂੰ ਜੇਲ੍ਹ 'ਚ ਤਾਰ ਦਿੱਤਾ, ਕਦੇ ਇੱਧਰ ਲੈ ਗਏ ਕਦੇ ਉੱਧਰ ਲੈ ਗਏ, ਪਰ ਤੁਸੀਂ ਯਾਦ ਰੱਖਣਾ ਕਦੀ ਸੋਚ ਨਹੀਂ ਦਬਾਈ ਜਾ ਸਕਦੀ। ਸੋਚ ਨੂੰ ਤੁਸੀਂ ਕਦੀ ਕੈਦ ਨਹੀਂ ਕਰ ਸਕਦੇ। ਜਦ ਮੈਂ ਤੁਹਾਡੇ ਚਿਹਰੇ ਦੇਖਦਾ ਮੈਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਪਹਿਚਾਨਦੇ ਹੋ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਇਮਾਨਦਾਰ ਸੱਚੇ ਸੁੱਕੇ ਵੀਰ ਉਹ ਹੈਗਾ ਨੇ ਕਿ ਆ ਆਜੋ ਇੱਧਰ ਜਾਓ, ਇੱਧਰ ਅੱਗੇ ਆ ਜਾਓ, ਇੱਧਰ ਅੱਗੇ ਇੱਧਰ ਆ ਜਾਓ ਭਾਜੀ। ਇਹਨੂੰ ਫੋਟੋ ਆ ਜੂਗੀ ਹੁਣ ਤੁਹਾਨੂੰ ਬਤਾ ਦਿਆਂ। ਇਹਨੂੰ ਮੂੰਹ ਕਰ ਦੋ। ਮੈਂ ਕਿੱਧਰ ਚੱਕਿਆ ਇੱਕ ਮਿੰਟ।
ਕੱਟੋ ਜੀ ਲੈ ਲਿਆ